ਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗਰੀਬ ਨਵਾਜ਼ ਸਤਿਗੁਰਾਂ ਦੀ ਮਿਹਰ ਸਦਕਾ ਜੋ ਦਸਮ ਬਾਣੀ ਦੀ ਸੰਥਿਆ ਪਾਠ ਬੋਧ ਰੂਪ ਵਿੱਚ ਆਪਾਂ ਸਾਰੇ ਹੀ ਪੜ੍ਹ ਸੁਣ ਰਹੇ ਹਾਂ, ਉਹਦਾ 349 ਅੰਗ ਤੱਕ ਪਾਠ ਕੀਤਾ ਆਪਾਂ ਨੇ। 1006 ਅੰਕ ਤੱਕ ਜਿਹੜੀ ਇਸ ਤੱਕ ਕਥਾ ਆਪਾਂ ਪੜ੍ਹੀ ਆ, ਕ੍ਰਿਸ਼ਨ ਅਵਤਾਰ ਜੋ ਮੌਜੂਦਾ ਸਮੇਂ 21ਵਾਂ ਅਵਤਾਰ ਚੱਲ ਰਿਹਾ ਹੈ। ਕ੍ਰਿਸ਼ਨ ਜੀ ਦੇ ਅਵਤਾਰ ਧਾਰਨ ਤੋਂ ਲੈ ਕੇ ਹੁਣ ਤੱਕ ਦੀ ਜੋ ਕਥਾ ਸੀ, ਇਹ ਬਿਰਜ ਪਿੰਡ ਤੇ ਮਥੁਰਾ ਇੱਥੋਂ ਤੱਕ ਕਥਾ ਰਹੀ ਹੈ। ਹੁਣ ਜਰਾ ਕਥਾ ਦਾ ਕੁਛ ਫੇਰ ਹੋਰ ਇਸ ਪ੍ਰਕਾਰ ਆ ਰਿਹਾ ਹੈ ਕਿ ਅਕਰੂਰ ਦੇ ਗ੍ਰਹਿ ਵਿਖੇ ਗਏ ਆ ਸ਼੍ਰੀ ਕ੍ਰਿਸ਼ਨ ਜੀ। ਉੱਥੋਂ ਫਿਰ ਅਕਰੂਰ ਨੂੰ ਹੁਣ ਜੋ ਆਪਣੀ ਭੂਆ ਉਸ ਪਾਸ ਭੇਜਣਾ, ਹਸਤਨਾਪੁਰ ਦਿੱਲੀ ਦੇ ਵਿੱਚ। ਸ਼੍ਰੀ ਕ੍ਰਿਸ਼ਨ ਜੀ ਨੇ ਕਿਹਾ ਹੱਸ ਕੇ ਬਹਾਦਰ ਅਕਰੂਰ ਨੂੰ, ਕਹੇ ਬਹਾਦਰ ਬਲਬੀਰ, ਤੁਸੀਂ ਹਸਤਨਾਪੁਰ ਨੂੰ ਜਾਓ। ਪੁਰਾਣੀ ਦਿੱਲੀ ਦਾ ਨਾਂ ਹਸਤਨਾਪੁਰ ਹੈ ਜੀ। ਉੱਥੇ ਜਾਓ, ਉੱਥੇ ਮੇਰੇ ਪਿਤਾ ਦੀ ਭੈਣ ਤੇ ਉਹਦੇ ਪੁੱਤਰ ਰਹਿੰਦੇ ਹਨ, ਉਹਨਾਂ ਦੀ ਜਾ ਕੇ ਖਬਰਸਾਰ ਲਿਆਓ। ਉਸ ਦਾ ਜੋ ਰਾਜਾ ਧ੍ਰਿਤਰਾਸ਼ਟਰ ਹੈ, ਅੰਨਾ ਹੈ, ਜੋ ਮਨ ਕਰਕੇ ਵੀ ਅੰਨਾ ਹੈ ਤੇ ਨੇਤਰਾਂ ਕਰਕੇ ਵੀ ਅੰਨਾ ਹੈ। ਤੇ ਦੁਰਯੋਧਨ ਜੋ ਉਹਦਾ ਪੁੱਤਰ ਹੈ, ਤੋ ਜੋ ਧ੍ਰਿਤਰਾਸ਼ਟਰ ਹੈ ਬੁਢਾਪੇ ਦੀ ਅਵਸਥਾ ਵਿੱਚ ਹੈ। ਜਾਣੋ, ਜਾ ਕੇ ਪਤਾ ਕਰੋ ਵੀ ਉਹ ਕਿਸ ਪ੍ਰਕਾਰ ਦਾ ਰਾਜ ਚੱਲ ਰਿਹਾ। ਰਾਜੇ ਪੰਡ ਦੇ ਪੁੱਤਰਾਂ ਨੂੰ, ਭਾਵ ਕਿ ਮੇਰੀ ਭੂਆ ਦੇ ਪੁੱਤਰ ਕੁੰਤੀ ਦੇ ਪੁੱਤਰ ਜੇ ਪੰਜੇ ਪਾਂਡਵ ਨੇ, ਉਹਨਾਂ ਨਾਲ ਉਹ ਕਿਸ ਤਰ੍ਹਾਂ ਦਾ ਵਰਤਾਓ ਕਰਦਾ ਹੈ। ਕੋਈ ਥਾਂ ਦਿੱਤੀ ਹੈ, ਜਾਂ ਸੁੱਖ ਦਿੰਦਾ ਹੈ ਜਾਂ ਦੁੱਖ ਦਿੰਦਾ ਹੈ। ਇਹ ਦਿੱਲੀ ਜਾ ਕੇ ਪਤਾ ਲੈ ਕੇ ਆਓ। ਇੱਥੋਂ ਹੀ ਸਾਧ ਸੰਗਤ ਜੀ ਫਿਰ ਜੋ ਅੱਗੇ ਜੰਗ ਦਾ ਪ੍ਰਕਰਨ ਸਾਰਾ ਵੱਧ ਜਾਣਾ ਹੈ। ਆਓ ਇਸ ਕਥਾ ਨਾਲ ਜੁੜਨਾ ਕਰੀਏ। 349 ਅੰਗ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਵਾਹਿਗੁਰੂ ਜੀ। 399 190 ਅੱਗੇ 390 ਹੋ ਜਾਣਾ। ਸੋ ਇੱਥੋਂ ਹੀ ਪਾਠ ਆਰੰਭ ਹੋਣ ਲੱਗਾ। 1007ਵਾਂ ਸਵਈਆ ਸ਼ੁਰੂ ਹੋਏਗਾ ਜੀ। ਆਓ ਜੀ ਪਾਠ ਆਰੰਭ ਕਰੀਏ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਅਥ ਅਕਰੂਰ ਕੋ ਫੂਫੀ ਪਾਸ ਭੇਜਨ ਕਥਨੰ ਸਵਈਆ। ਸ੍ਰੀ ਜਦ ਬੀਰ ਕਹਿਓ ਹਸ ਕੈ, ਬਰ ਬੀਰ ਗਜਾਪੁਰ ਮੈਂ ਚਲ ਜਈਐ। ਮੋਹ ਪਿਤ ਕੀ ਭਗਨੀ ਸੁਤ ਹੈ, ਤਿਨ ਕੋ ਅਬ ਜਾਏ ਕੈ ਸੋ ਦਹ ਲਈਐ। ਅੰਧ ਤਹਾ ਨ੍ਰਿਪ ਹੈ ਮਨ ਅੰਧ, ਦੁਰਯੋਧਨ ਭਇਓ ਬਸ ਤਾ ਕੋ ਲਖਈਐ। ਪੰਡ ਕੇ ਪੁੱਤਰਨ ਕੋ ਤਿਹ ਠੌਰ, ਦਈਅਤ ਹੈ ਸੁਖ ਕੈ ਦੁਖ ਦਈਐ। ਹਾਂਜੀ, ਇਹ ਵਿਸਰਾਮ ਜਿਵੇਂ ਲੱਗਿਆ ਹੋਇਆ ਹੁਣੇ ਸ਼ੁੱਧ ਲਾਇਆ ਹੈ। ਪੰਡ ਕੇ ਪੁੱਤਰਨ ਕੋ ਤਿਹ ਠੌਰ, ਵਿਸਰਾਮ ਲਾ ਕੇ ਇੱਥੇ ਦਈਤ ਹੈ ਸੁਖ, ਇੱਥੇ ਫਿਰ ਜਮ ਕੀ ਠਮਕ। ਦਈਅਤ ਹੈ ਸੁਖ ਕੈ ਦੁੱਖ ਦਈਐ। ਜਾ ਕੇ ਦੇਖ ਪੰਡ ਦੇ ਪੁੱਤਰਾਂ ਨੂੰ ਉਸ ਜਗ੍ਹਾ ਹਸਤਨਾਪੁਰ ਪੁਰਾਣੀ ਦਿੱਲੀ ਵਿੱਚ ਇਹ ਉਹ ਪੰਡ ਦੇ ਪੁੱਤਰਾਂ ਨੂੰ ਦੁੱਖ ਦਿੰਦਾ ਜਾਂ ਸੁੱਖ ਦਿੰਦਾ ਹੈ।
इस प्रकार विश्राम सही लगे, इस प्रकार समझ लेना। हाँ चलो जी। सवैया यो सुन कै तिह की बतिया, कर कै अकरूर प्रणाम सिधार्यो। पंथ की बात गनौ कह लो, पग बीच गजापुर के तिन धार्यो। प्रात भये नृप बीच सभा, कब श्याम कहे एह भांत उचार्यो। भूप कही कहो मोह बिरथा, जद भी रह जा विद कंस बचार्यो। बतिया सुन उत्तर देत भयो, रिप सो सब जा विद श्याम लर्यो। गज मार प्रहार कै मल्लन को, दल फार कै कंस सो जाए अर्यो। तब कंस निकार कृपान करय, अर ढाल समार कै युद्ध कर्यो। तब ही हर जू गह केसन ते पटक्यो, धरनी पर मार डरियो। तब ही हर जूगह केसन ते पटक्यो, धरनी पर मार डरियो। ऐदा कर दो बस, ये चाल भी सोहनी बनी रहेगी। तब ही हर जूगह केसन ते पटक्यो, धरनी पर मार डरियो। केसां तो फड़ के ऐ पटकिया, धरनी ते मार सता। हाँ जी। सवैया भीखम द्रोण कृपारो कृपी सुत, और दुशासन वीर निहार्यो। सूरज को सुत पूर श्रवा, जिन पार्थ प्रात सो बैर उतार्यो। सूरज को सुत कर्ण भूर सरवा, इस प्रकार उच्चारण करना, फिर करो। सूरज को सुत पूर सरवा, जिन पार्थ प्रात सो बैर उतार्यो। राज दुर्योधन मातल सो, एह पेखत ही एह भांत उचार्यो। श्याम कहा वसुदेव कहा, कह अंग मिले मन को दुख टार्यो। ये जरा नासकी पाठ करने पैने आ। श्याम कहा वसुदेव कहाँ, कह अंग मिले मन को दुख टार्यो। पुछ रहा ना भी की हाल है श्याम जी का, वसुदेव जी का। श्याम कहाँ वसुदेव कहाँ, कह अंग मिले मन को दुख टार्यो। इस प्रकार ये पाठ करिए जी। हाँ चलो। सवैया रंचक बैठ सभा नृप की, उठ कै जद वीर फुफी पह आयो। कुंती को देखत ही कब श्याम, कहे तिन पायन शीस झुकायो। पूछत भी कुशलय जद वीर है, जा जस बीच सभय धर छायो। नीके है श्याम सुनय वसुदेव, सो देव की नीकी सुनी सुख पायो। सवैया इतने पह पैदर आए गयो, सो पार्थ माए कै पायन लाग्यो। पूछत भयो जद वीर सुखी, अकरूर कौ ता रस मोह अनुराग्यो। और गई सुध फूल सबै, कब श्याम एही रस भीतर पाग्यो। वाह कहो सब ही है सुखी, सुन कै बतिया सुख भयो दुख भाग्यो। ठीक है। कुंती वाच सवैया, केल कराय मथुरा में सो। मन ते कहो हऊँ ब्रजनाथ बिसारी, दुखत भई इन लोगन ते। अत ही कह कै घन श्याम पुकारी। नाथ मर्यो सोत बाल रहे, तिह ते अकरूर भयो दुख भारी। हाँ जी, ये जिवें विश्राम लाए गए आ, इन्हों अपने ਜਿਹਨ ਵਿੱਚ ਦ੍ਰਿੜ ਕਰ ਲੈਣਾ ਤੇ ਨਾਲ ਨਾਲ ਹੀ ਜਿਹੜੇ ਅਰਥ ਸਪਸ਼ਟ ਹੋ ਜਾਣਗੇ। ਨਾਥ ਮਰਿਓ, ਉਹ ਜੋ ਭੂਆ ਹੈ ਕੁੰਤੀ, ਉਹ ਕਹਿ ਰਹੀ ਆ ਮੇਰਾ ਤਾਂ ਘਰ ਵਾਲਾ ਵੀ ਮਰ ਗਿਆ। ਨਾਥ ਮਰਿਓ, ਇੱਥੇ ਜਮਕ ਲਾ ਕੇ शुद्ध बाल रहे, पिछे बाल छोटे रहे ਹਨ,
ਤਿਹ ਤੇ ਅਕਰੂਰ ਭਇਓ ਦੁਖ ਭਾਰੀ। ਹੈ ਅਕਰੂਰ ਮੈਨੂੰ ਤਾਂ ਕਰਕੇ ਬੜਾ ਦੁੱਖ ਹੈ, ਤੇ ਜਿਹੜੇ ਉਹ ਧ੍ਰਿਤਰਾਸ਼ਟਰ ਮੈਨੂੰ ਦੁੱਖ ਦੇ ਰਿਹਾ ਹੈ। ਇਸ ਪ੍ਰਕਾਰ ਜਿਵੇਂ ਲੱਗਾ ਨਾ ਪਾਠ ਵਿਸਰਾਮ, ਇਸੇ ਪ੍ਰਕਾਰ ਹੀ ਆਪਾਂ ਨੇ ਜਿਹਨ ਚ ਪੱਕਾ ਕਰ ਲੈਣਾ। ਨਾਥ ਮਾਰਿਓ ਸੁਧ ਬਾਲ ਰਹੇ, ਤਿਹ ਤੇ ਅਕਰੂਰ ਭਇਓ ਦੁਖ ਭਾਰੀ। ਹਾਂ ਚਲੋ ਜੀ ਅੱਗੇ। ਤਾ ਤੇ ਹਉ ਪੂਛਤ ਹਉ ਤੁਮ ਕਉ, ਕਬ ਹੂੰ ਹਰ ਜੀ ਸੁਧ ਲੇਹ ਹਮਾਰੀ। ਸਵਈਆ ਦੁਖਤ ਹਵੈ ਅਕਰੂਰ ਕੇ ਸੰਗ, ਕਹੀ ਬਤੀਆ ਨ੍ਰਿਪ ਅੰਧ ਰਸੈ ਸੇ। ਦੇਤ ਹੈ ਦੁਖ ਕਨੋ ਹਮ ਕਉ, ਕਹਿਓ ਸੁਨ ਮੀਤ श्याम ਸੋ ਐਸੇ। पार्थ भ्रात रुचे उनको नह, वाहे कहो कहो सो विद कैसे। यों सुन उत्तर देत भई, सो आँख के बीच परे तृण जैसे। सवैया कहयो बिनती हमरी हर सो, अत शोक समुद्र में बूढ़ गई हूँ। जीवत बूढ़ गई हूँ, बूढ़ में डुब गई है शोक दे समुद्र विच। बूढ़ पाठ करना, बूढ़ गई हूँ। फिर पढ़ दो। कहयो बिनती हमरी हर सो, अत शोक समुद्र में बूढ़ गई हूँ। जीवत हूँ कब श्याम कहे, तुहे आयस पाए कै नाम कही हूँ। मारन मो सुत कौ नृप के सुत, कोट अपावन को कढ़ई हूँ। कढ़ई हूँ ने ਤਾਂ ਨੈਤੀ ਮੇਰੇ ਪੁੱਤਰਾਂ ਨੂੰ ਮਾਰਨ ਦੇ ਉਪਾਵ ਨਵੇਂ ਤੋਂ ਨਵੇਂ ਕੱਢਦੇ ਰਹਿੰਦੇ ਹਨ। मारन मो सुत कौ नृप के सुत, कोट उपावन सो कढ़ई हूँ। श्याम सो यों कहियो बतिया, तुमरे बिन नाथ अनाथ भई हूँ। सवैया यों कह कै तेह सो बतिया, अत ही दुख सास उसास सो लीनो। जो दुख मोरे हृदय मह थो, सो मैं तुम पै सब ही कह दीनो। सो सुनियाए हमरी बिरथा, कहियो दुख की जद वीर हठीनो। हे ब्रजनाथ अनाथन नाथ, सहाय करो कह रोदन कीनो। अकरूर बाच सवैया, देख दुखातर पार्थ मात कौ। यों कहयो त्वै सुत ही नृप हवै है, श्याम की प्रीत कनी तुम सो। तिह ते तुमको अत ही दुख अत ही सुख दय है। फिर पढ़ दो दोबारा। श्याम की प्रीत कनी तुम सो, तिह ते तुमको अत ही सुख दय है। तेरी ही ओर हवै है शुभ लक्षण, तुए सुत शत्रुन कौ दुख दय है। राज सभय ओह ही लह है, हर शत्रन को जम लोक पठै है। इसे हर शत्रन को जम लोक पठाया है। हर शत्रन जिहड़ा इकट्ठा नहीं, हर हरि जी शत्रन को दुश्मनां नूं जमलोक भेजणगे। हर शत्रन को जमलोक पठाया है। इस प्रकार से जरा जमक दे के, राज सभा ओह ही लह है, जिहड़े तेरे पुत्र ही राज करनगे। हर इत्थे फिर रोक के पहला है लह है ते विश्राम ते हर ते ठमक लगे। हर शत्रन को जमलोक पठाया है। फिर पढ़ दो। राज सभय ओह ही लह है, हर शत्रन को जमलोक पठै है। ठीक है। सवैया यों सुन कै बतिया तिह की, मन में अकरू रह मंत्र विचार्यो। कह कह प्रणाम चल्यो तब ही, नृप त्वै सुत है एह भांत उचार्यो।
का संग लोगन को हित है। एह चिंत करी पुर मैं पग धारियो, देखियो के प्रीत इन्हीं संग है। तिह ते सब शोक विदा कर डारियो। अकरूर बाच धृतराष्ट्र सो सवैया, पुर देख सभा नृप बीच गयो। संग जा नृप कै एह भांत उचारियो। राजन मोह ते नीत सुनो, कहो वाह कहियो। इन या विद सारियो। प्रीत तुम्हें सुत आपन सो, तुहे पांड के पुत्र न सो हित टारियो। जानत है धृतराष्ट्र तैं, सब आपन राज को पैड बिगारियो। सवैया जैसे दुर्योधन पूत हवै त्वै, इनकी समपुत्रन पांड लखैया। ताते करो बिनती तुम सो, इनते कश अंतर राज न कैया। राख खुशी इनको उनको, जेहते तुमरो जग में जस गैया। या विद सो अकरूर कहियो नृप सो, जहते अत ही सुख पैया। यो सुन उत्तर देत भयो नृप, पै हर कै संग दूत है केरे। जेतक बात कही हम सो, नहीं आवत एक कहियो मन मेरे। यो कह पांड के पुत्रन को, पिख मारत है अब सांझ सवेरे। आए है जो जीय सो कर है, सो कछु बचना नह मानत तेरे। दूत कहियो नृप के संग यो, हमरो जो कहियो तुम रंच ना मानो। तो कुप है जद वीर मनै, तुमको मर है तिह ते हित ठानो। श्याम के पाओ हमरो रान सो, हम जानत है तुहे राज बहानो। एक पाठ श्याम के पाओ मरोरण सो, हम जानत है तुहे राज बहानो। ਇਹ ਪਾਠ ਹੁੰਦਾ ਹੈ, ਪਰ ਇਸੇ ਅਸੀਂ ਇਹੀ ਪੜਾਂਗੇ। ਸ਼ਾਮ ਕੇ ਭਾਉ ਹਮਰੋ ਰਨ ਸੋ। ਯੁੱਧ ਵਿੱਚ ਕ੍ਰਿਸ਼ਨ ਜੀ ਦਾ ਭਾਵ ਸਾਡੇ ਨਾਲ ਹੈ, ਅਸੀਂ ਜਾਣਦੇ ਹਾਂ ਜੋ ਤੁਸੀਂ ਸਾਥੋਂ ਰਾਜ ਲੈਣ ਦੇ ਬਹਾਨੇ ਕਰ ਰਿਹਾ ਹੈ। ਪਰ ਉਹ ਕਹਿੰਦਾ ਦੂਸਰਾ ਅਰਥ ਪਾਇਆ, ਸ਼ਾਮ ਕੇ ਭਾਵ ਮਰੋਰਨ ਸੋ। ਸ਼ਾਮ ਨੇ ਜਦੋਂ ਭਾਵਾਂ ਮਰੋੜ ਲਈਆਂ ਨਾ, ਟੇਢੀਆਂ ਅੱਖਾਂ ਕਰ ਲਈਆਂ, ਤੇ ਤੇਰਾ ਰਾਜ ਸਭ ਖਤਮ। ਪਰ ਪਹਿਲਾ ਪਾਠ ਇਹ ਕਰਾਂਗੇ, ਸ਼ਾਮ ਕੇ ਭਾਉ ਹਮਰੋ ਰਨ ਸੋ। ਇਹ ਫਿਰ ਪੜ੍ਹ ਦੋ ਪਾਠ। श्याम के भव हमरो रान सो, हम जानत है तुहे राज बहानो। मो जीय मैं जो होती सो कही, तुमरे जीय की सो कहियो तुम जानो। सवैया यूं कह कह बतिया नृप सौ, तज कह एह ठौर तहाँ को गयो है। कान जहाँ बलभद्र बलि, सब जादव वंश तहाँ सो आयो है। ਹੁਣ ਅਕਰੂਰ ਜੀ ਵਾਪਸ ਆ ਗਏ ਨਾ, ਸਾਰੀ ਖਬਰ ਦੇਣਗੇ ਦਿੱਲੀ ਵਾਲੀ। श्याम को चंद निहारत ही मुख, ता पग पै सिर को चुकियो है। जो बिरथा ओह ठौर भई, निकटाए हर के कह भेद दयो है। सवैया तुम सो एम पारथ मात कहियो, हर दीनन कहियो कहियो। हाँ फिर पढ़। तुम सो एम पारथ मात कहियो, हर दीनन की बिनती सुन लै। अत ही दुख भयो हमको एह ठौर, बिना तुमरे ना सहायक कोय। गाज को जिम संकट शीघ्र कटियो, तेम मोह दुख को कटिया हर ऐ।
तिह ते सुन लै सो कहयो हमरो, कब श्याम कहै हित सो चित दै। एत श्री दसम सिकंदे विचित्र नाटके ग्रंथे, कृष्णावतारे अकरूर फूफी कुंती पास भेजा अकरूर समापत। ਦੇ ਵਿਸਰਾਮ ਲਾ ਕੇ ਅਕਰੂਰ ਫੁੱਫੀ ਨੇ, ਕ੍ਰਿਸ਼ਨਾਵਤਾਰੇ ਅਕਰੂਰ ਫੁੱਫੀ ਕੁੰਤੀ, ਭੂਆ ਕੁੰਤੀ, ਅਕਰੂਰ ਨੂੰ ਭੇਜਿਆ ਨਾ, ਅਕਰੂਰ ਫੁੱਫੀ ਨਹੀਂ ਕਹਿਣਾ, ਅਕਰੂਰ ਫੁੱਫੀ ਕੁੰਤੀ ਪਾਸ ਭੇਜਾ। इस प्रकार द्वारा पढ़ो सर। एत श्री दसम सिकंदे विचित्र नाटके ग्रंथे, कृष्णावतारे अकरूर फूफी कुंती पास भेजा समापत। अथ उग्रसेन को राजदीपो कथनं दोहरा। उग्रसेन को राज भै भगतै जन दियो। धन गुरु ग्रंथ साहिब महाराज दा पावन पवित्र ਸਵਈਆਂ ਦਾ ਇਹ ਪਵਿੱਤਰ ਵਾਕ ਹੈ। ਉਗਰਸੈਨ ਕੋ ਰਾਜ ਭੈ ਭਗਤੈ ਜਨ ਦਿਓ। ਉਗਰਸੈਨ ਨੂੰ ਜਿਸ ਪ੍ਰਕਾਰ ਰਾਜ ਦਿੱਤਾ ਉਹ ਵਾਰਤਾ ਇੱਥੇ ਮਹਾਰਾਜ ਨੇ ਵਰਣਨ ਕੀਤੀ ਹੈ। ਹਾਂਜੀ, ਦਸਮ ਬਾਣੀ ਦੇ ਵਿੱਚ श्री मनमोहन जगत गुर नंद नंदन ब्रज मूर, गोपी जन बल्लभ सदा प्रेम खान भरपूर। गोपी जन बल्लभ सदा प्रेम खान भरपूर। छपै प्रथम पूतना हनि, बहुर सकटा सुर खंड्यो, तृणावर्त लय उड्यो, ताहे नभ मंडल ताहे नभ माहे बिहंड्यो। ਇਹ ਦਸਮ ਪਾਤਸ਼ਾਹ ਦੀ ਬਾਣੀ ਦਾ ਇਹ ਤਾਂ ਕਟਾਖ ਹੈ। ਅੱਗੇ ਜਾ ਕੇ ਥੋੜੇ ਸਮੇਂ ਦੇ ਵਿੱਚ ਹੀ ਛੰਦ ਬਦਲ ਜਾਂਦਾ। ਸਵਈਏ ਚੱਲ ਰਹੇ ਸਨ, ਫਿਰ ਦੋਹਰਾ ਆ ਗਿਆ, ਨਾਲ ਹੀ ਛਪਿਆ ਛੰਦ। ਤਾਂ ਕਰਕੇ ਇਹ ਗੁਰਾਂ ਦੀ ਬਹੁਤ ਮਿਹਰ ਹੋਵੇ, ਅਭਿਆਸ ਹੋਵੇ, ਫਿਰ ਇਹ ਬਾਣੀ ਚੱਲਦੀ ਹੈ। ਨਹੀਂ ਫਿਰ ਅੱਗੇ ਛੰਦ ਹੋਰ ਚੱਲ ਰਹੇ, ਅੱਗੇ ਨਵਾਂ ਹੀ ਛੰਦ ਆ ਗਿਆ, ਇੱਕਦਮ ਪਾਠੀ ਨੂੰ ਬਦਲਣਾ ਪੈਂਦਾ ਹੈ। ਹੁਣ ਛਪੈ ਛੰਦ ਹੈ। ਛਪੈ ਛੰਦ ਬਾਰੇ ਜ਼ਰਾ ਕੁ ਬੇਨਤੀ ਕਰਦੇ ਹਾਂ, ਇਹਨੂੰ ਛਪੈ ਬੋਲਣਾ। ਛਪੈ ਜਿਵੇਂ ਨਾ ਅੱਜ ਕੱਲ੍ਹ ਮੁੰਡੇ ਖੇਡਦੇ ਛੱਕਾ ਹੋ ਗਿਆ, ਇੱਕ ਦੋ ਛੱਕੇ, ਐਵੇਂ ਕਹਿੰਦਾ ਕਿ ਥਾਪਿਆਂ ਜਾਂ ਨਾ ਖੇਡਦੇ, ਉਹ ਛੱਕਾ ਬੋਲਦੇ ਆ। ਉਹ ਛੱਕਾ 6 ਪੁਆਇੰਟ ਹੋ ਜਾਣ ਨੂੰ ਛੱਕਾ ਕਹਿੰਦੇ। ਇਹ ਛੱਪਾ 6 ਪੰਗਤੀਆਂ ਵਾਲਾ ਛੰਦ, ਛੱਪਾ ਛੰਦ ਇਹ ਆ ਜੀ। ਹਾਂ, ਕੋਈ ਨਾ ਦੁਬਾਰਾ ਸਹਿਜ ਪੜ੍ਹ ਲਓ। ਪ੍ਰਥਮ ਪੂਤਨਾ ਹਾਨੀ, ਬਹੁਰ ਸਕਟਾ ਸੁਰ ਖੰਡਿਓ, ਤ੍ਰਿਣਾਵਰਤ ਲੈ ਉੱਡਿਓ, ਤਾਹੇ ਨਭ ਮਾਹੇ ਬਿਹੰਡਿਓ। ਕਾਲੀ ਦਿਓ ਨਿਕਾਰ, ਜੋ ਜਗਹਿ ਚੀਰ ਬਕਾਸੁਰ, नाग रूप मग रोक, कहो तब हत्यो अगासुर। केसी सो बछ धेन कहन्यो, रंग भूम गज डारियो, चंडूर मुष्ट के प्राण हर, कंस केस गह मारियो। हम तुसी उस चाल च पढ़ दो। हाँ, छपा छपै प्रथम पूतना हनि, बहुर सकटा सुर खंड्यो, तृणावर्त लय उड्यो, ताहे नभ माहे बिहंड्यो। काली दियो निकार, चोच गह चीर बकासुर, नाग रूप माग रोक रह्यो, तब हत्यो अगासुर। केसी सो बछ धेन कहन्यो, रंग भूम गज डारियो, चंडूर मुष्ट के प्राण हर, कंस केस गह मारियो। ਇਹ ਸਾਰੇ ਸੂਰਸ ਰਾਗ ਵਿੱਚ ਜਦੋਂ ਪਾਠ ਕਰਦੇ ਆ, ਆਹ ਸਾਰਿਆਂ ਦੇ ਨਾਮ ਆਉਂਦੇ ਆ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ। ਹਾਂ ਚਲੋ ਜੀ, ਹੁਣ ਆਪਾਂ ਸਮੇਂ ਤੋਂ ਵੀ ਥੋੜ੍ਹਾ ਜਿਹਾ ਸੰਕੋਚ ਕਰਨਾ, ਪਰ ਸਿਆਣੇ ਜਿਹੜੇ ਆ ਥੋੜ੍ਹੇ ਤੋਂ ਜ਼ਿਆਦਾ ਸਮਝ ਜਾਂਦੇ ਨੇ। ਹਾਂਜੀ ਚਲੋ। ਸੋਰਠਾ ਜਿਹਨੂੰ ਆਦ ਬਾਣੀ ਦਾ ਸ਼ੁੱਧ ਪਾਠ ਆਉਣ ਲੱਗਾ, ਜਿਹਨੇ ਸੰਥਾ ਕੀਤੀ ਆ, ਉਹਨੂੰ ਫਿਰ ਨਾਲ ਨਾਲ ਦਸਮ ਦਾ ਵੀ ਗਿਆਨ ਹੋ ਜਾਂਦਾ। ਜਿਹਨੇ ਆਦ ਦੀ ਸੰਥਾ ਨਹੀਂ ਕੀਤੀ, ਫਿਰ ਦਸਮ ਦਾ ਕਾਹਦਾ ਹੋਣਾ, ਫਿਰ ਦਸਮ ਵੀ ਸੌਖਾ ਹੋ ਜਾਂਦਾ। ਹਾਂਜੀ ਚਲੋ। ਸੋਰਠਾ ਅਮਰ ਲੋਕ ਦੇ ਫੂਲ, ਬਰਖੇ ਨੰਦ ਕਿਸ਼ੋਰ ਪੈ, ਮਿਟਿਓ ਸਕਲ ਬ੍ਰਿਜ ਸੂਲ, ਕਬਲ ਨੈਣ ਤੇ ਹੇਤ ਤੇ।
ਕਵਲ ਨੈਣ ਕੇ ਹੇਤ ਤੇ। ਮਿਟਿਓ ਸਕਲ ਬ੍ਰਿਜ ਸੂਲ ਕਵਲ ਨੈਣ ਕੇ ਹੇਤ ਤੇ। ਦੋਹਰਾ ਦੁਸ਼ਟ ਅਰਿਸ਼ਟ ਨਿਵਾਰ ਕਾਇ ਲੀਨੋ ਸਕਲ ਸਮਾਜ। ਮਥੁਰਾ ਮੰਡਲ ਕੋ ਦਇਓ ਉਗਰਸੈਨ ਕੋ ਰਾਜ। ਏਤ ਸ੍ਰੀ ਦਸਮ ਸਿਕੰਦੇ ਵਿਚਿਤ੍ਰ ਨਾਟਕੇ ਕ੍ਰਿਸ਼ਨਾ ਅਵਤਾਰੇ। ਰਾਜਾ ਉਗਰਸੈਨ ਕਉ ਮਥੁਰਾ ਕੋ ਰਾਜ ਦੀਬੋ। ਹਾਂਜੀ, ਹੁਣ ਜਿਹੜਾ ਕੰਸ ਨੂੰ ਮਾਰ ਕੇ ਰਾਜ ਉਹਦੇ ਪਿਤਾ ਨੂੰ ਹੀ ਦੇ ਦਿੱਤਾ ਉਗਰਸੈਨ ਨੂੰ, ਇਹ ਆਪਾਂ ਵਾਰਤਾਲਾਪ ਸਾਰੀ ਪੜ੍ਹ ਲਈ ਆ। ਅੱਗੇ ਪ੍ਰਸੰਗ ਆ ਰਿਹਾ ਹੈ ਜਿਹੜਾ ਲੰਬਾ ਚੱਲਣਾ। ਅਥ ਯੁੱਧ ਪ੍ਰਬੰਧ ਜਰਾਸੰਧ ਯੁੱਧ ਕਥਨੰ। ਜਰਾਸੰਧ ਦੇ ਨਾਲ ਯੁੱਧ ਹੋਣਾ, ਕਿਉਂ ਜਿਹੜੇ ਕੰਸ ਦੀ ਘਰ ਵਾਲੀ ਸੀ ਉਹ ਜਰਾਸੰਧ ਦੀ ਲੜਕੀ ਸੀ। ਉਹਨੇ ਆਪਣੇ ਪਿਓ ਨੂੰ ਇਹ ਸਾਰੀ ਗੱਲ ਦੱਸਣੀ, ਮੇਰੇ ਘਰ ਵਾਲਾ ਮਾਰਤਾ। ਫਿਰ ਉਹਨੇ ਚੜ੍ਹ ਕੇ ਆਉਣਾ ਸੀ ਆਪਣੀ ਲੜਕੀ ਦੀ ਸਹਾਇਤਾ ਕਰਨ ਵਾਸਤੇ, ਹੋਰ ਬੜੇ ਰਾਜੇ ਲੈ ਕੇ ਆਉਣੇ ਆ। ਤੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਜਿਹੜਾ ਅਸਲ ਮਕਸਦ ਹੀ ਇਹ ਸੀ। ਦਸਮ ਕਥਾ ਭਗਉਤ ਕੀ ਭਾਖਾ ਕਰੀ ਬਨਾਏ ਔਰ ਬਾਸਨਾ ਨਾਹੀਂ ਪ੍ਰਭ ਧਰਮ ਯੁੱਧ ਕੇ ਚਾਏ। ਧਰਮ ਯੁੱਧ ਅੱਗੇ ਕਰਾਉਣਾ ਸੀ ਨਾ ਸੂਰਬੀਰਾਂ ਤੋਂ, ਤੇ ਫਿਰ ਯੁੱਧਾਂ ਦੀਆਂ ਕਹਾਣੀਆਂ ਪਾਤਸ਼ਾਹ ਨੇ ਯੁੱਧ ਪ੍ਰਬੰਧ ਹੀ ਸਾਰਾ ਸੁਣਾਉਣਾ ਸੀ। ਆਹ ਪਾਤਸ਼ਾਹ ਮਹਾਰਾਜ ਦਾ ਯੁੱਧ ਪ੍ਰਬੰਧ ਜਿਸ ਪ੍ਰਕਾਰ ਲਿਖ ਰਹੇ ਨੇ, ਆਓ ਸਰਵਣ ਕਰੀਏ ਜੀ। ਹੁਣ ਇਹ ਬਹੁਤ ਲੰਬਾ ਸਾਰਾ ਕ੍ਰਿਸ਼ਨਾ ਅਵਤਾਰ ਤਕਰੀਬਨ ਇਹ ਯੁੱਧ ਦਾ ਹੀ ਜਲ ਚੱਲਣਾ ਹੈ। ਆਓ ਜੀ, ਗੁਰੂ ਪਾਤਸ਼ਾਹ ਰਹਿਮਤ ਕਰਨ ਸਾਨੂੰ ਸਾਰਿਆਂ ਨੂੰ ਪੜ੍ਹਨ ਦਾ ਸੁਣਨ ਦਾ ਮਹਾਰਾਜ ਜੀ ਪਿਆਰ ਬੋਧ ਬਖਸ਼ ਕਰਨ, ਤੇ ਨਾਲ ਨਾਲ ਸਾਡੇ ਹਿਰਦੇ ਤੇ ਮਹਾਰਾਜ ਸੱਚੇ ਪਾਤਸ਼ਾਹ ਐਸੀਆਂ ਕਥਾਵਾਂ ਨੂੰ ਵਸਾਉਣ। ਹਾਂਜੀ। ਅਥ ਯੁੱਧ ਪ੍ਰਬੰਧ ਜਰਾਸੰਧ ਯੁੱਧ ਕਥਨੰ। ਸਵਈਆ ਇਤ ਰਾਜ ਦਇਓ ਨ੍ਰਿਪ ਕਉ ਜਬ ਹੀ ਉਤ ਕੰਸ ਬਧੂ ਪਿਤ ਪਾਸ ਗਈ। ਆਤ ਦੀਨ ਸੋ ਸ਼ੀਨ ਮਲੀਨ ਮਹਾ ਮਨ ਕੇ ਦੁਖ ਸੋ ਸੋਈ ਰੋਤ ਭਈ। ਪਾਤ ਭਈਨ ਕੇ ਬਦਵੇ ਕੀ ਬ੍ਰਿਥਾ ਸੋ ਹੁਤੀ ਮਨ ਮੈਂ ਸੋਈ ਭਾਖ ਦਈ। ਸੁਨ ਕੈ ਮੁਖ ਤੇ ਤਿਹ ਸਿੰਧ ਜਰਾ ਅਤ ਕੋਪ ਕੈ ਆਂਖ ਸਰੋਜ ਤਈ। ਆਂਖ ਸਰੋਜ ਤਈ ਸੁਣ ਕੇ ਨਾ ਸਾਰੀ ਆਪਣੀ ਧੀ ਦੀ ਗੱਲ ਜਰਾਸੰਧ ਨੇ ਜਦੋਂ ਸੁਣੀ, ਤੇ ਜਿਹੜੇ ਉਹਦੇ ਸੀ ਨਾ ਅੱਖ ਸੀ ਨਾ ਜਿਹੜੀ ਗੁਲਾਬ ਵਰਗੀ, ਫਿਰ ਮੈਂ ਕਹਿੰਦੇ ਵੀ ਤੱਤੀ ਹੋ ਗਈ। ਆਂਖ ਸਰੋਜ ਤਈ, ਬਹੁਤ ਹੀ ਦੀਨ ਹੋਈ। ਉਹਦੀ ਬੇਟੀ ਆਪਦੇ ਪਿਤਾ ਕੋਲੇ ਮੈਲੇ ਚੋਲੇ ਵਿਚਾਲੇ ਦੇ ਕੱਪੜੇ ਪਾਏ ਸਨ। ਜੋ ਰੋਣ ਲੱਗ ਗਈ ਤੇ ਪਿਤਾ ਤੇ ਭਾਈ ਸੰਬੰਧੀਆਂ ਦੇ ਮਾਰੇ ਜਾਣ ਦੀ ਸਾਰੀ ਕਹਾਣੀ ਜੋ ਸੁਣੀ, ਇਹਦਾ ਪਤੀ ਮਾਰਿਆ ਗਿਆ, ਉਹਦੇ ਭਾਈ ਮਾਰੇ ਗਏ ਨੇ, ਸਾਰੀ ਗੱਲ ਜਦੋਂ ਜਾ ਕੇ ਪਿਤਾ ਨੂੰ ਦੱਸੀ ਹੈ ਜਰਾਸੰਧ ਨੂੰ। ਇਸ ਵਾਰਤਾ ਨੂੰ ਸੁਣ ਕੇ ਜਰਾਸੰਧ ਬਹੁਤ ਕ੍ਰੋਧ ਵਿੱਚ ਆ ਕੇ ਨੇਤਰ ਚੜਾ ਕੇ ਐਂ ਭਰ ਲਏ ਨੇ। ਆਂਖ ਸਰੋਜ ਤਈ, ਆਪਣੀ ਅੱਖ ਜਿਹੜੀ ਕਮਲ ਦੇ ਫੁੱਲ ਵਰਗੀ ਐਂ ਲਾਲ ਲਾਲ ਕਰ ਲਈ। ਹਾਂਜੀ, ਅੱਖਾਂ ਨੂੰ ਤਾ ਵਿੱਚ ਆ ਗਈਆਂ ਨੇ। ਚਲੋ ਜੀ। ਜਰਾਸੰਧ ਬਾਚ ਦੋਹਰਾ ਹਰ ਹਲ ਧਰਹਿ ਸੰਘਾਰ ਹੋ। ਦੁਹਿਤਾ ਪ੍ਰਤ ਕਹਿ ਬੈਨ ਰਜਧਾਨੀ ਤੇ ਨਿਸਰਿਓ ਮੰਤਰ ਬੁਲਾਏ ਸੈਨ। ਚੌਪਈ ਦੇਸ ਦੇਸ ਪ੍ਰਧਾਨ ਪਠਾਏ ਨਰਪਤ ਸਭ ਦੇਸਨ ਤੇ ਲਿਆਏ। ਆਏ ਨ੍ਰਿਪਤ ਕੋ ਕੀਨ ਜੁਹਾਰੂ ਦਇਓ ਬਹੁਤ ਧਨ ਤੈਨ ਉਪਹਾਰੂ। ਜਰਾਸੰਧ ਬਹੁ ਸੁਭਟ ਬੁਲਾਏ ਭਾਂਤ ਭਾਂਤ ਕੇ ਸ਼ਸਤਰ ਬੰਧਾਏ। ਗਜ ਬਾਜਨ ਪਰ ਪਾਖਰ ਡਾਰੀ ਸਿਰ ਪਰ ਕੰਚਨ ਸ੍ਰੀ ਸਵਾਰੀ। ਪਾਇਕ ਰਾਥ ਬਹੁਤੇ ਜੁਰ ਆਏ ਭੂਪਤ ਆਗੇ ਸੀਸ ਨਿਵਾਏ। ਆਪਣੀ ਆਪਣੀ ਮਿਸਲ ਸਭ ਗਏ ਭਾਂਤ ਜੋਰ ਕਰ ਠਾਡੇ ਭਏ।
सोरठा यह सेना चतरंग जरासंध नृप की बनी साजो कवच निखंग तनख बान लय रथ चढ़ियो सवैया जोर जमू सब मंत्रियन लय तब याओ रन साज समाज बनायो तेई सशूहनी लय दाल संग बजाए कै बंब तहाँ कहतायो वीर बड़े साम रावण के तिन कहो संग लय मरबे कहो आयो मानो काल प्रलय दिन बारध फैल परयो जल यूं दल छायो। हाँ ठीक है जी। सवैया नग मानो नाग बड़े तिह मैं मशरी पोन पैदल की बल जेती चक्र मनोरथ चक्र बने उपजी कब के मन मैं कही तेती है भय बोचन तुल मनो लहरै बहरै बरसी दोत सेती सिंध किदौ जल सिंध जरा रहगी मथुरा तेह मद बरेती। ये चढ़ाई हो गई आ जरासंध अपनी 23 छूणी शैन लैके चल पिया ते ओहदा पातशाह मारे अलंकार बनते ने ਜਿਹੜੇ ਚੱਲ ਪਏ ਵੱਡੇ ਵੱਡੇ ਹਾਥੀ ਇਉਂ ਲੱਗਦੇ ਹਨ ਜਿਵੇਂ ਪਹਾੜ ਖੜੇ ਨੇ ਤੇ ਜਿਤਨੀ ਪੈਦਲ ਸੈਨਾ ਉਹ ਇਉਂ ਜਾਪਦੀ ਜਿਵੇਂ ਸਮੁੰਦਰ ਵਿੱਚ ਮੱਛੀਆਂ ਫਿਰਦੀਆਂ ਹਨ ਰੱਥਾਂ ਦੇ ਪਹੀਏ ਐਂ ਲੱਗਦੇ ਜਿਵੇਂ ਕੱਛੂ ਕੁੰਮਿਆਂ ਵਾਂਗ ਫਿਰਦੇ ਹੋਣ। ਇਹੋ ਜਿਹੀ ਉਪਮਾ ਕਵੀ ਦੇ ਮਨ ਵਿੱਚ ਫੁਰੀ ਆ ਮਾਰ ਕਹਿੰਦੇ ਅਸੀਂ ਕਹਿ ਦਿੱਤੀ ਆ। ਘੋੜੇ ਜਿਹੜੇ ਹਨ ਮਗਰਮੱਛਾਂ ਵਾਂਗ ਹਨ ਬਾਕੀ ਜਿਤਨੀਆਂ ਵੀ ਬਰਸ਼ੀਆਂ ਆਦਿ ਸ਼ਸਤਰ ਹਨ ਉਹ ਮਾਨੋ ਸਮੁੰਦਰ ਦੀਆਂ ਲਹਿਰਾਂ ਹੀ ਹਨ। ਜਰਾਸੰਧ ਦਾ ਦਾਲ ਸਮੁੰਦਰ ਵਾਂਗ ਹੈ ਸਮਝ ਲਓ। ਜਰਾਸੰਧ ਦਾ ਸਾਰਾ ਹੀ ਦਾਲ ਇੱਕ ਸਮੁੰਦਰ ਵਾਂਗ ਹੈ ਤੇ ਇਹਦੇ ਮਥਰਾ ਵਿਚਾਰੀ ਕਿਹੜੀ ਹੋ ਆਉਂ ਜਪਦੀ ਜਿਵੇਂ ਸਮੁੰਦਰ ਦੇ ਵਿੱਚ ਆ ਵਿਚਕਾਰ ਥੋੜੀ ਜਿਹੀ ਬਰੇਤੀ ਪਈ ਹੁੰਦੀ ਹੈ ਐਂ ਲੱਗਦੀ ਹੈ। ਐਸੇ ਐਸੇ ਅਲੰਕਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੰਨੇ ਨੇ। ਡਾਕਟਰ ਰਤਨ ਸਿੰਘ ਜੱਗੀ ਨੇ ਇੱਕ ਥਾਂ ਲਿਖਿਆ ਕਹਿੰਦਾ ਵੀ ਦਸਮ ਗ੍ਰੰਥ ਅਲੰਕਾਰਾਂ ਦਾ ਇੱਕ ਅਜਾਇਬ ਘਰ ਹੈ। ਆਓ ਐਸੇ ਅਲੰਕਾਰਾਂ ਦੇ ਨਾਲ ਦਰਸ਼ਨ ਦਿਦਾਰੇ ਕਰੀ ਚੱਲਾਂਗੇ। ਚਲੋ ਜੀ। जो बलबंड बड़े दल में तिह अगर कथा मह नाम कहै हूँ जो संग श्याम लड़ाए रिसकै तिनके जस को मुख ते उचरै हूँ जे बलभद्र के संग बिरे तिन कहो कथ कै प्रभ लोक रजै हूँ त्याग सब ग्रह लालच को हर के गुण गए हूँ। वाह जी वाह जी। हर के गुण गए हूँ। घरां दे सारे काम छड्ड के लाल छड्ड के हरि दे गुण गावांगा। भाव ਇਹਦੇ ਹਰ ਕੇ ਵੱਖ-ਵੱਖ ਇਹਦੇ ਅਰਥ ਨੇ। ਹਰ ਸਭ ਨੂੰ ਹਰਿਆ ਭਰਿਆ ਕਰਨ ਵਾਲਾ ਪਹਿਲਾ ਅਰਥ ਹੈ ਹਰੀ ਦੇ ਤੇ ਹਰੀ ਜਿਹੜਾ ਸਭ ਨੂੰ ਹਰਿਆ ਭਰਿਆ ਕਰਨ ਵਾਲਾ ਤੇ ਹਰੀ ਸਭ ਨੂੰ ਸਮਾਪਤ ਕਰਨ ਵਾਲਾ। ਸੋ ਹੋਰ ਵੀ ਬੜੇ ਗੋਝ ਅਰਥ ਨੇ ਪਰ ਕਵਿਤਾ ਦੇ ਕਮਾਲ ਐਸਾ ਹੈ त्याग सब ग्रह लालच को हर के गुण गए हों। हाँ जी। दोहरा जद बीरन सब हूँ सुनी दूत कही जब आए मिल सब हूँ नृप के सदन मंत्र विचार्यो जाए सवैया तेई सशूहन लाय दल संग चढ़ियो हम पै अत ही पर रोहै जाय लड़ाय अर के समोहे एह लायक या पुर में अब को है जो भज है डर मान गनो रिसकै सबको तब मारत सो है ताते निसंक पिरो इनसो जित है तो भलो मृत ए जस हुए है। हाँ जी होए है सियारी नाल घोड़े नाल जां औंकड़ नाल होए है। ठीक है दोवें पाठ हिंदे तां मैं पुछया होए है जो भज है
ਪਿੱਛੇ ਪਾਠ ਹੈ ਜੋ ਭੱਜ। ਇਹ ਪਾਠ ਕੱਸ ਕੇ ਕਰਨਾ। ਜੋ ਭੱਜ ਹੈ ਡਰ ਮਾਨ ਘਨੋਂ, ਜਿਹੜਾ ਇੱਕ ਜੰਗ ਦੀ ਜੂਝ ਮਰਨ ਦੀ ਇੱਕ ਹੱਲਾ ਸ਼ੇਰੀ ਹੈ ਸੂਰਬੀਰਾਂ ਵਾਸਤੇ। ਜੋ ਭੱਜ ਹੈ ਡਰ ਮਾਨ ਘਨੋਂ, ਰਿਸ ਕਹਿ ਸਭ ਕੋ ਤਬ ਮਾਰ ਤਸੋ ਹੈ, ਉਹਨੇ ਮਾਰ ਹੀ ਦੇਣਾ ਨਾ। ਤਾਂ ਤੇ ਨਿਸੰਕ ਭਿੜੋ ਇਹਨੂੰ ਸੋ, ਜਿੱਤ ਹੈ ਤੋ ਭਲੋ, ਜੇ ਜਿੱਤ ਕੇ ਤਾਂ ਭਲੀ ਗੱਲ ਆ। ਮਿਰਤ ਹੈ ਜਸ ਹੋਇਆ, ਜੇ ਮਿਰਤ ਹੋ ਗਏ ਤਾਂ ਜਸ ਹੋਏਗਾ, ਸ਼ਹੀਦ ਹੋ ਗਏ। ਐਸੀ ਐਸੀ ਪਾਵਨ ਪਵਿੱਤਰ ਇਹ ਵਾਰਤਾ ਆ ਰਹੀ। ਹਾਂ ਚਲੋ ਜੀ, ਸੂਰਬੀਰਾਂ ਵਾਸਤੇ ਹੈ ਜੀ। ਧਰਮ ਯੁੱਧ ਕੇ ਚਾਹੇ ਸਾਹਿਬ ਕਮਾਲ ਮਹਾਰਾਜ ਦਾ ਜੋ ਲਿਖਣ ਦਾ ਅਸਲੀ ਮਕਸਦ ਸੀ ਦਸਮ ਬਾਣੀ ਦਾ। ਚਲੋ ਜੀ। ਸਵਈਆ ਤਉ ਜਦ ਵੀਰ ਕਹਿਓ ਉਠ ਕੈ, ਰਿਸ ਬੀਜ ਸਭਾਏ ਆਪਣੇ ਬਲ ਸੋ, ਅਬ ਕੋ ਬਲਵੰਡ ਬਡੋ ਹਾਮ ਹੈ। ਅਬ ਕੋ ਬਲਵੰਡ ਬਡੋ ਹਾਮ ਮੈਂ, ਚਲ ਆਗੇ ਹੀ ਜਾਏ ਲੜੈ ਦਲ ਸੋ। ਆਪਨੋ ਬਲ ਧਾਰ ਸੰਘਾਰ ਕੈ ਦਾਨਵ, ਦੂਰ ਕਰੈ ਸਭ ਭੂਤਲ ਸੋ। ਬਹੁ ਭੂਤ ਪਿਸਾਚਨ ਕਾਕਰ ਡਾਕਨ, ਤੋਖ ਕਰੈ ਪਲ ਮੈਂ ਪਲ ਸੋ। ਤੋਖ ਕਰੈ ਪਲ ਮੈਂ ਪਲ ਸੋ। ਪਲ ਹੈਗਾ ਵੀ ਮਿੰਟਾਂ ਸਕਿੰਟਾਂ ਦਾ ਜਿਹਨੂੰ ਕਹਿੰਦੇ ਨਾ, ਤੇ ਦੂਸਰੇ ਪਲ ਦਾ ਅਰਥ ਹੈ ਮਾਸ ਨਾਲ। ਜਿਹੜੇ ਭੂਤ ਪ੍ਰੇਤ ਕਾਕਣੀਆਂ ਡਾਕਣੀਆਂ ਹੈ ਜੰਗ ਦੇ ਵਿੱਚ, ਇਹਨਾਂ ਨੂੰ ਪਲ ਦੇ ਵਿੱਚ ਹੀ ਪਲ ਮਾਸ ਨਾਲ ਰਜਾ ਦੇਵਾਂਗੇ। ਪਲ ਮੈਂ ਪਲ ਸੋ, ਪਲ ਦੇ ਵਿੱਚ ਹੀ ਪਲ ਸੋ ਮਾਸ ਨਾਲ ਰਜਾ ਦੇਵਾਂਗੇ। ਹਾਂਜੀ ਚਲੋ ਜੀ। ਸਵਈਆ ਜਬ ਯਾ ਬਿਦ ਸੋ, ਜਦ ਵੀਰ ਕਹਿਓ ਕਿਨਹੂ ਮਨ ਮੈਂ ਨਹੀਂ ਧੀਰ ਧਰਿਓ। ਹਰ ਦੇਖ ਤਬੈ ਮੁਖ ਬਾਏ ਰਹੇ, ਸਭ ਹੂੰ ਭਜਵੇ ਕਹੋ ਚਿਤ ਕਰਿਓ। ਜੋ ਮਾਨ ਹੁਦੋ ਮਨ ਸ਼ਤਰਨ ਕੇ, ਸੋ ਔਰਨ ਕੀ ਸਮ ਤੈਸੇ ਗਰਿਓ। ਕੋ ਜਾਏ ਨਾ ਸਾਮ ਹੈ ਸਤਰਨ ਕੇ, ਨਿਰਪਨੇ ਮੁਖ ਤੇ ਵੇਦ ਯਾ ਉਚਰਿਓ। ਵਾਹ ਵਾਹ। ਕਿਨਹੂ ਨਹੀਂ ਧੀਰਜ ਬਾਂਧ ਸਕਿਓ, ਲਰਬੇ ਤੇ ਡਰੇ ਸਭ ਕੋ ਮਨ ਭਾਜਿਓ। ਭਾਜਨ ਕੀ ਸਭ ਹੂੰ ਬੇਦ ਕੀ, ਕਿਨਹੂ ਨਹੀਂ ਕੋਪ ਸਰਾਸਨ ਸਾਜਿਓ। ਯੋ ਹਰ ਜੋ ਪੁਨ ਬੋਲ ਉਠਿਓ, ਗਜ ਕੋ ਬਦ ਕੈ ਜਿਮ ਕੇ ਹਰ ਗਾਜਿਓ। ਔਰ ਭਲੀ ਉਪਮਾ ਉਪਜੀ, ਧੁਨ ਕੋ ਸੁਨ ਕੈ ਕਨ ਸਾਵਨ ਲਾਜਿਓ। ਕਾਨ ਜੂ ਬਾਚ ਸਵਈਆ, ਰਾਜ ਨਾ ਚਿੰਤ ਕਰੋ ਮਨ ਮੈਂ। ਹਮ ਹੂੰ ਦੋ ਭਰਾਤ ਸੋ ਜਾਏ ਲੜਾਂਗੇ, ਬਾਨਕ ਮਾਨ ਕਿਰਪਾਨ ਗਦਾ, ਗਹ ਕਹਿਰਨ ਪੀਤਰ ਜੁਰਦ ਕਰਾਂਗੇ। ਜੋ ਹਮ ऊपर को, जो हम ऊपर कोप कै आए हैं, ताहे के अस्त्र स्यों प्राण हरेंगे। पै उनको मर है डर है नहीं, आहवते पग दुए ना डरेंगे। ਇਹ ਆਪਣਾ ਸਵਾਮ ਧਰਮ ਵਾਲੀ ਗੱਲ ਹੈ। ਦੇਖੋ ਭਾਵੇਂ ਕ੍ਰਿਸ਼ਨ ਦਾ ਨਾ ਕੋਈ ਮਾਂ ਤੇ ਨਾ ਕੋਈ ਪਿਤਾ, ਇੱਥੇ ਉਹਨਾਂ ਬਾਰੇ ਕੋਈ ਜੰਗ ਨਹੀਂ ਨਾ ਹੋ ਰਿਹਾ, ਪਰੰਤੂ ਖੇਡ ਖੇਡਣ ਦੇ ਲਈ ਇੱਕ ਸਾਰੇ ਕੈਸੇ ਖੇਡ ਚੱਲ ਰਹੀ ਹੈ। ਕੋਈ ਕੰਮ ਮਿਸੇ ਤੋਂ ਬਿਨਾਂ ਹੀ ਖੇਡੀ ਨਹੀਂ ਜਾਂਦੀ, ਕੋਈ ਖੇਡ ਵੀ ਕੋਈ ਕਾਰਨ ਹੁੰਦਾ ਨਾ ਕਿਸੇ ਖੇਡ ਦਾ। ਜਦੋਂ ਉਹਨਾਂ ਦੇ ਭਗਤ ਉਗਰਸੈਨ ਤੇ ਬਿਪਤਾ ਬਣ ਗਈ, ਬਿਪਤਾ ਵੀ ਐਸੀ ਬਣੀ, ਇੱਕ ਪਾਸੇ ਤਾਂ ਹਨੇਰੀ ਅਥਵਾ ਬਾਬਰੋਲੇ ਦਾ ਰੂਪ ਧਾਰਨ ਕਰਕੇ ਕੱਖਾਂ ਕਾਨਿਆਂ ਘਾਹ ਫੂਸ ਵਾਂਗ ਉਡਾਲ ਲੈ ਜਾਣ ਲਈ ਚੜ ਕੇ ਆ ਗਈ ਸੈਨਾ। ਦੂਜੇ ਪਾਸੇ ਉਗਰਸੈਨ ਵਿਚਾਰਾ 30 ਸਾਲ ਕਾਲ ਕੋਠੜੀ ਵਿੱਚ ਰਿਹਾ ਸੀ, ਕੈਦ ਆਪਣੇ ਪੁੱਤਰ ਦੀ ਵਿੱਚ। 30 ਸਾਲ ਵਿੱਚੋਂ ਬਾਹਰ ਆਇਆ, ਬਾਅਦ ਅਜੇ ਆਪਣੀ ਆਪ ਸੰਭਾਲ ਹੀ ਨਹੀਂ ਕਰ ਸਕਿਆ ਸੀ। ਤੇ ਹੁਣ ਦੈਂਤਾਂ ਦੇ ਇਸ ਚਿੱਟੀ ਦਲ ਨੂੰ ਕਿਵੇਂ ਸੰਭਾਲੇ, ਜਦ ਕਿ ਫੌਜ ਦਾ ਕੋਈ ਜਰਨੈਲ ਮੁਕਾਬਲਾ ਕਰਨ ਲਈ ਸਮਰੱਥ ਹੀ ਨਹੀਂ ਸੀ। ਤਾਂ ਐਸੀ ਵਿਪਤਾ ਸਮੇਂ ਫਿਰ ਕ੍ਰਿਸ਼ਨ ਜੀ ਨੇ ਇਹ ਬਚਨ ਆ ਰਹੇ,
पै उनको मर है। असी कहते जो हम ऊपर कोप के आए है ताहे के अस्त्रन स्यो प्राण हराएंगे। पहली पंक्ति च आ गया भी असी दोवें भरा ही बथेरे हैं। पै उनको मर है डर है नहीं, आह ते पग दोए ना टराएंगे। सूरबीरां नूं हौसला अफजाई देने वाले ये महान पवित्र बचन अपने मुख तो कृष्ण जी ने कहे ने। चलो जी। ਇਉਂ ਕਹਿ ਕੈ ਉਠ ਠਾਡੇ ਭਏ, ਦੋ ਭਰਾਤ ਸੋ ਮਾਤ ਪਿਤਾ ਪਹਿ ਆਏ। ਆਵਤ ਹੀ ਦੋਹੋਂ ਹਾਥਨ ਜੋਰ ਕੈ, ਪਾਇਨ ਉਪਰ ਮਾਥ ਲੁਡਾਏ। मोह बड़ियो बसदेव औ देवकी, लै अपने सुत कंठ लगाए। जीतोगे तुम दैतन स्यो, भज है आर्यों घन बात उड़ाए। ये भी एक तरीका हुंदा सानू ये पावन पवित्र पुरातन ग्रंथां चों मिलना है। जंग की तैयारी आ, दोवें भरा किधर आए पहला अपने माता पिता वसुदेव जी कोले ते देवकी जी कोले आए, नमस्कार की, आशीर्वाद लिया है। दोवां ने मत्था टेकिया माता पिता के चरणों ते मोह भी माता पिता नूं आया, अपने पुत्रां नूं कंठ नाल ला लिया है। ते नाल ही ये दिल विचों असीस दित्ती है, जीतोगे तुम दैतन स्यो, जाओ पुत्र तुहाडी जीत होवेगी। किवें जीत होगी? जीतोगे तुम दैतन स्यो, भज है और यूं घन पा बात उड़ाए। जिमें कखा नूं हवा उड़ा के ले जाती है, तुसीं दुश्मनां नूं उड़ा देवोगे। ये जंग विच जां किसी भी कर्म करना होवे उदों आशीर्वाद की लोड़ है वड्डियां दी। अपने आप ही काम करन आरंभ कर दईए ते कोई सानू सफलता मिलदा उहदे च कोई असार नहीं हुंदा। कोई कारज करने जंग का तो कारज ही वड्डा है। सो ये सानू शिक्षा मिल रही है कि वड्डियां तो आशीर्वाद, माता पिता तो, महात्मा लोगों तो आशीर्वाद लैनी, गुरु पातशाह तो आशीर्वाद लैनी है। ये असी याद रखना। आओ आपां अगे फिर जो 44वां सवैया इत्थे समाप्त हुंदा, 45 ते समाप्ति करांगे। चलो जी। सवैया मात पिता को प्रणाम दो करकै, ताज धाम सो बाहर आए। आवत ही सब आयुध लै, पुर वीर जिते सब ही सो बुलाए। दान गने दिज कौ दय श्याम, दुहु मिल आनंद चित बढ़ाए। आसिख देत भये देज इयों, गृह आए हो जीत कने घर काए। दान कने दिज कौ दय श्याम, दुहु मिल आनंद चित बढ़ाए। आसिख देत भये दिज इयों, गृह आए हो जीत धने अर का। वाहिगुरू खालसा